Hello everyone, welcome to Victor's Knowledge. This is Chinu Sharma, and today in this lecture we are going to take up next part, fifth from our already ongoing important MCQ series on geography. So before moving further, I want to share something important with you guys. So I have specially prepared important notes for the subject of general studies ਜਿਹਦੇ ਅੰਦਰ ਜੋ ਵੀ important subjects ਨੇ with current issue ਤੁਹਾਨੂੰ notes ਮਿਲਣਗੇ ਨਾਲ ਹੀ ਜੂਨ ਤੋਂ ਲੈ ਕੇ ਦਸੰਬਰ ਤੱਕ ਦੇ ਤੁਹਾਨੂੰ complete ਪੂਰੇ MCQs ਮਿਲਣਗੇ current affair ਦੇ ਨਾਲ ਹੀ ਜੇ ਤੁਸੀਂ detailed current ਲੈਣੇ ਨੇ ਕਿਉਂਕਿ ਮੋਸਟਲੀ ਕੀ ਦੇਖਿਆ ਜਾਂਦਾ ਜਿਹੜੇ PPSC ਐਗਜ਼ਾਮ ਕੰਡਕਟ ਕਰਵਾਉਂਦੀ ਹੈ ਉਹਨਾਂ ਦੇ ਵਿੱਚ ਸਟੇਟਮੈਂਟ ਬੇਸਡ ਕੁਐਸਚਨ ਜ਼ਿਆਦਾ ਆਉਂਦੇ ਨੇ ਸੋ ਉਹਦੇ ਲਈ ਆਪਾਂ ਨੂੰ ਡੀਟੇਲਡ ਕਰੰਟ ਅਫੇਅਰ ਤਿਆਰ ਕਰਨ ਦੀ ਜ਼ਰੂਰਤ ਹੈ ਸੋ ਜੂਨ ਤੋਂ ਲੈ ਕੇ ਨਵੰਬਰ ਤੱਕ ਦੇ ਤੁਹਾਨੂੰ ਡੀਟੇਲਡ ਕਰੰਟ ਅਫੇਅਰ ਵੀ ਮਿਲਣਗੇ ਨਾਲ ਹੀ ਤੁਹਾਨੂੰ 5 ਮੌਕ ਟੈਸਟ ਜੋ ਬਿਲਕੁਲ ਅਸਲੀ ਐਗਜ਼ਾਮ ਪੈਟਰਨ ਉੱਤੇ ਬਣਾਏ ਨੇ ਤੇ ਕੁਐਸਚਨਸ ਦਾ ਲੈਵਲ ਬਿਲਕੁਲ ਹੀ ਅਪ ਟੂ ਦ ਮਾਰਕ ਹੈ ਮੋਡਰੇਟ ਟੂ ਟਫ ਜਿਵੇਂ ਐਗਜ਼ਾਮ ਦੇ ਵਿੱਚ ਆਉਂਦੇ ਨੇ ਸੋ ਤੁਸੀਂ ਇਹ ਜੇ ਨੋਟਸ ਖਰੀਦਨੇ ਨੇ ਤਾਂ ਤੁਸੀਂ ਮੈਨੂੰ ਈਮੇਲ ਭੇਜ ਸਕਦੇ ਹੋ ਨਾਲ ਹੀ ਜੇ ਤੁਸੀਂ ਬਿਨਾਂ ਨੋਟਸ ਤੋਂ ਕੱਲੇ ਮੌਕ ਟੈਸਟ ਲੈਣੇ ਨੇ ਤਾਂ ਉਹਨਾਂ ਦਾ ਪ੍ਰਾਈਸ ਵੀ ਮੈਂ ਰਿਡਿਊਸ ਕਰਕੇ ਸਿਰਫ ਥੋੜੇ ਟਾਈਮ ਦੇ ਲਈ ਇੱਕ ਲਿਮਿਟਿਡ ਆਫਰ ਦੇ ਰਹੀ ਹਾਂ you can get this complete 5 mock test in just rupees 250 only ਤੇ ਜਿਹੜੇ ਇਹ ਨੋਟਸ ਤੇ ਮੌਕ ਟੈਸਟ ਨੇ ਇਹ ਸਿਰਫ ਨਾਇਬ ਤਹਿਸੀਲਦਾਰ ਐਗਜ਼ਾਮ ਦੇ ਲਈ ਨਹੀਂ ਜਿਹੜੇ ਸਟੂਡੈਂਟਸ ਕੋਆਪਰੇਟਿਵ ਇੰਸਪੈਕਟਰ ਐਗਜ਼ਾਮ ਦੇਣ ਵਾਲੇ ਨੇ ਉਹਨਾਂ ਦੇ ਲਈ ਵੀ ਇਕੁਅਲੀ ਇੰਪੋਰਟੈਂਟ ਹੈ ਸੋ ਆਪਾਂ ਨੇ ਆਪਣੇ ਪ੍ਰੀਵੀਅਸ 4 ਪਾਰਟਸ ਦੇ ਅੰਦਰ 250 ਤੱਕ ਜਿਹੜੇ MCQ ਨੇ ਉਹ ਕਰ ਲਏ ਅੱਜ ਆਪਾਂ 251 ਤੋਂ ਸਟਾਰਟ ਕਰਾਂਗੇ ਫਰਸਟ ਕੁਐਸਚਨ ਇਜ਼ the concept of sea floor spreading was first propounded by ਜਿਹੜਾ sea floor ਦਾ ਜਿਹੜਾ ਸਮੁੰਦਰ ਦਾ ਇੱਕ ਪੂਰਾ ਫਲੋਰ ਹੈ ਉਹ ਕਿਵੇਂ ਸਪਰੈਡ ਹੋਇਆ ਉਹਦੀ ਓਰੀਜਿਨੇਸ਼ਨ ਕਿਵੇਂ ਹੋਈ ਜਿਹੜਾ ਪੂਰਾ ਕਨਸੈਪਟ ਹੈ ਕਿਹਨੇ ਪ੍ਰਪਾਉਂਡ ਕੀਤਾ ਸੀ ਸੋ ਇਹ ਪ੍ਰਪਾਉਂਡ ਕੀਤਾ ਸੀ ਹੈਰੀ ਹੈਸ ਨੇ ਆਪਸ਼ਨ ਬੀ Next is coral reef extending along with eastern coast of Australia. ਇਹ question ਬਹੁਤ ਵਾਰ exam ਵਿੱਚ ਆਉਂਦਾ ਹੈ ਕਿਉਂਕਿ ਆਸਟ੍ਰੇਲੀਆ ਦੇ ਵਿੱਚ coral reefs ਬਹੁਤ ਹੀ ਜ਼ਿਆਦਾ common ਨੇ ਤੇ ਜਿਹੜੀ coral reef ਈਸਟ ਕੋਸਟ ਆਸਟ੍ਰੇਲੀਆ ਦੇ ਉੱਤੇ extend ਕਰਦੀ ਹੈ ਉਹਦਾ ਨਾਮ ਹੈ barrier reef. Very very important. Option B is the right answer. Next is ਜਿਹੜੇ ਜਵਾਲਾਮੁਖੀ ਨੇ volcanic erupt ਹੁੰਦੇ ਨੇ ਉਹ ਇਹਨਾਂ ਚਾਰਾਂ ਦੇ ਵਿੱਚੋਂ ਕਿਹੜੇ ਸੀ ਦੇ ਵਿੱਚ ਨਹੀਂ ਅਕਰ ਕਰਦੇ volcanic eruption do not occur in the right answer is option A Baltic Sea Humboldt current flows ਜਿਹੜਾ Humboldt current ਹੈ mostly ਜਦੋਂ ਵੀ ਆਪਾਂ ਕਿਸੇ ਵੀ ਸੈਂਟਰਲ ਜਾਂ ਸਟੇਟ ਲੈਵਲ ਐਗਜ਼ਾਮ ਦੀ ਗੱਲ ਕਰਦੇ ਆ ਜਦੋਂ ਜੀਓਗ੍ਰਾਫੀ ਚੋਂ ਕੁਐਸਚਨ ਆਉਂਦੇ ਨੇ ਵਰਲਡ ਜੀਓਗ੍ਰਾਫੀ ਚੋਂ ਤਾਂ ਮੋਸਟਲੀ ਦੇਖਿਆ ਜਾਂਦਾ ਹੈ ਕਿ ਇਸੇ ਤਰ੍ਹਾਂ ਦੇ ਕਰੰਟਸ ਦੇ ਵਿੱਚੋਂ ਕੁਐਸਚਨ ਜ਼ਰੂਰ ਪੁੱਛੇ ਜਾਂਦੇ ਨੇ ਸੋ ਇਹ ਤੁਸੀਂ ਜ਼ਰੂਰ ਤਿਆਰ ਕਰਨੇ ਨੇ ਹੰਬੋਲਟ ਕਰੰਟ ਹੈ ਜਿਹੜੇ ਇਹ ਫਲੋ ਕਰਦੇ ਨੇ ਨਾਰਥਵਰਡ ਡਾਇਰੈਕਸ਼ਨ ਦੇ ਵਿੱਚ ਈਸਟ ਪੈਸੀਫਿਕ ਓਸ਼ਨ ਵਿੱਚ ਸੋ ਤੁਹਾਨੂੰ ਡਾਇਰੈਕਸ਼ਨ ਵੀ ਪਤਾ ਹੋਣੀ ਚਾਹੀਦੀ ਹੈ ਨਾਲ ਹੀ ਓਸ਼ਨ ਦਾ ਨਾਮ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਸੋ ਹੇਅਰ ਦ ਰਾਈਟ ਆਨਸਰ ਇਜ਼ ਆਪਸ਼ਨ ਬੀ Next is Canary current flow along ਜਿਹੜਾ Canary's current ਹੈ ਇਹ flow ਕਰਦਾ ਹੈ West African coast ਵਿੱਚ option D 256th question the Agulhas current flows in Agulhas current Indian Ocean ਵਿੱਚ flow ਕਰਦਾ ਹੈ this is very very important Next ਆਪਾਂ ਨੇ ਕੋਲ ਦੋ statements ਨੇ ਆਪਾਂ ਨੇ ਦੱਸਣਾ ਹੈ ਕਿ ਜਿਹੜੀਆਂ ਦੋਨੋਂ statement ਨੇ geography ਨਾਲ related ਕਿਹੜੇ law ਨੂੰ depict ਕਰਦੀਆਂ ਨੇ So the above statements are true of which one of the following laws? ਦੋਨੋਂ true ਨੇ ਤੇ ਕਿਹੜੇ law ਨੂੰ ਇਹ depict ਕਰਦੀਆਂ ਨੇ ਪਹਿਲੀ statement ਕਹਿ ਰਹੀ ਹੈ ਜਿਹੜੀ ਧਰਤੀ ਹੈ ਉਹ ਆਪਣੇ orbit ਦੇ ਆਲੇ ਦੁਆਲੇ ਜਦੋਂ move ਕਰਦੀ ਹੈ ਤਾਂ ਇੱਕ constant rate ਉੱਤੇ move ਨਹੀਂ ਕਰਦੀ ਜਿਹੜੀ earth ਹੈ ਉਹ perihelion ਉੱਤੇ ਜ਼ਿਆਦਾ fast move ਕਰਦੀ ਹੈ ਤੇ aphelion ਉੱਤੇ ਸਭ ਤੋਂ slowest ਮਤਲਬ ਜਦੋਂ earth ਪੈਰੀਲੀਓਨ ਤੇ ਹੁੰਦੀ ਹੈ ਇਹ ਆਪਾਂ ਨੇ ਪਿਛਲੇ ਪਾਰਟ ਦੇ ਅੰਦਰ ਵੀ ਦੇਖਿਆ ਸੀ ਪੈਰੀਲੀਓਨ ਐਪੀਲੀਓਨ ਉਹ ਜਗ੍ਹਾ ਨੇ ਉਹ ਦਿਨ ਨੇ ਜਿਹੜੇ ਦਿਨ ਧਰਤੀ ਤੇ ਸੂਰਜ ਦੇ ਦੁਆਲੇ ਜਿਹੜਾ ਡਿਸਟੈਂਸ ਹੈ ਸਭ ਤੋਂ ਘੱਟ ਤੇ ਸਭ ਤੋਂ ਜ਼ਿਆਦਾ ਹੁੰਦਾ ਹੈ ਸੋ ਜਦੋਂ ਪੈਰੀਲੀਓਨ ਤੇ ਹੁੰਦੀ ਹੈ ਉਦੋਂ ਫਾਸਟੈਸਟ ਮੂਵ ਕਰਦੀ ਹੈ ਜਦੋਂ ਐਪੀਲੀਓਨ ਤੇ ਉਦੋਂ ਸਲੋਐਸਟ ਜਿਹੜੀਆਂ ਦੋਨੋਂ ਸਟੇਟਮੈਂਟ ਨੇ ਇਹ ਕੈਪਲਰ ਦੇ ਸੈਕੰਡ ਲਾਅ ਨੂੰ ਡਿਪਿਕਟ ਕਰਦੇ ਨੇ ਸੋ ਹੇਅਰ ਆਰ ਰਾਈਟ ਆਨਸਰ ਇਜ਼ ਆਪਸ਼ਨ ਏ Next is horizontal distribution of temperature of ocean water is largely affected by ਜਿਹੜਾ ocean ਦਾ temperature ਹੈ ਉਹਦੀ horizontal distribution ਹੁੰਦੀ ਹੈ ocean water ਦੀ ਮੇਨ ਕਿਹੜੇ ਕਾਰਨ ਨੇ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ temperature ਨੂੰ affect ਕਰਦੀਆਂ ਨੇ ਉਹਦੇ ਉੱਤੇ ਅਸਰ ਪਾਉਂਦੀਆਂ ਨੇ ਸੋ ਉਹ ਹੈ ocean ਦਾ current then
ਕਿਸ ਤਰ੍ਹਾਂ ਦੀਆਂ ਹਵਾਵਾਂ ਚੱਲ ਰਹੀਆਂ ਨੇ, ਪ੍ਰੀਵੇਲਿੰਗ ਵਿੰਡਸ ਕਿਵੇਂ ਦੀਆਂ ਨੇ, ਤੇ ਲਾਸਟਲੀ ਲੈਟੀਟਿਊਡ। ਸੋ ਰਾਈਟ ਆਨਸਰ ਇਜ਼ ਆਪਸ਼ਨ ਸੀ 2, 3 ਐਂਡ 4। ਜਿਹੜਾ ਟੈਂਪਰੇਚਰ ਹੈ ਓਸ਼ਨ ਵਾਟਰ ਦਾ ਹੌਰੀਜ਼ੌਂਟਲ ਡਿਸਟ੍ਰੀਬਿਊਸ਼ਨ ਵਾਲਾ, ਇਹਦੇ ਨਾਲ ਜਿਹੜੀ ਡੈਪਥ ਹੈ, ਕਿੰਨਾ ਡੂੰਘਾ ਹੈ ਓਸ਼ਨ ਦਾ ਪਾਣੀ, ਉਹ ਚੀਜ਼ ਦਾ ਇਹਦੇ ਨਾਲ ਕੋਈ ਵੀ ਰਿਲੇਸ਼ਨ ਨਹੀਂ ਹੈ। ਨੈਕਸਟ ਆਪਣੇ ਕੋਲ 4 ਇੰਪੋਰਟੈਂਟ ਫੀਚਰਸ ਦੱਸੇ ਹੋਏ ਨੇ ਨਾਈਲ ਨਾਲ ਰਿਲੇਟਡ। ਵੀ ਹੈਵ ਟੂ ਟੈਲ ਕਿ ਨਾਈਲ ਨਾਲ ਰਿਲੇਟਡ ਕਿਹੜੀ ਚੀਜ਼ ਟਰੂ ਹੈ। ਪਹਿਲੀ ਸਟੇਟਮੈਂਟ ਕਹਿ ਰਹੀ ਹੈ ਨਾਈਲ ਲਾਰਜੈਸਟ ਡੈਲਟਾ ਫਾਰਮ ਕਰਦੇ ਆ ਵਰਲਡ ਦਾ, ਦਿਸ ਇਜ਼ ਰੋਂਗ ਸਟੇਟਮੈਂਟ। ਦੂਜੀ ਕਹਿ ਰਹੀ ਹੈ ਨਾਈਲ ਰਿਵਰ ਹੈ ਦੁਨੀਆ ਦੀ ਸਭ ਤੋਂ ਲੰਬੀ ਰਿਵਰ ਹੈ, ਦਿਸ ਇਜ਼ ਵੈਰੀ ਟਰੂ ਸਟੇਟਮੈਂਟ, ਸੋ ਦਿਸ ਇਜ਼ ਰਾਈਟ। ਥਰਡ, ਇਹ ਜਿਹੜੀ ਫਰਟਾਈਲ ਸੋਇਲ ਪ੍ਰੋਵਾਈਡ ਕਰਵਾਉਂਦੀ ਹੈ, ਨਾਲ ਹੀ ਡੈਜ਼ਰਟ ਰੀਜਨ ਦੇ ਵਿੱਚ ਜਿਹੜਾ ਸਿੰਚਾਈ ਦੇ ਲਈ ਪਾਣੀ ਚਾਹੀਦਾ ਹੈ ਉਹ ਵੀ ਨਾਈਲ ਪ੍ਰੋਵਾਈਡ ਕਰਦੀ ਹੈ, ਸੋ ਦਿਸ ਇਜ਼ ਆਲਸੋ ਟਰੂ। ਫੋਰਥ ਇਜ਼ ਮੋਸਟ ਵੋਲੂਮਿਨਸ ਰਿਵਰ, ਸਭ ਤੋਂ ਜ਼ਿਆਦਾ ਪਾਣੀ ਹੈ ਇਹਦੇ ਵਿੱਚ, ਸੋ ਇਹ ਗਲਤ ਹੈ। ਸਿਰਫ ਸੈਕਿੰਡ ਤੇ ਸਟੇਟਮੈਂਟ ਸਹੀ ਹੈ ਤੇ ਇਹਦਾ ਰਾਈਟ ਆਨਸਰ ਹੈ ਆਪਸ਼ਨ ਸੀ 2 ਐਂਡ 3। 260th ਕੁਐਸਚਨ, ਜਿਹੜੇ ਸਭ ਤੋਂ ਡੂੰਘੇ ਟ੍ਰੈਂਚਿਸ ਨੇ ਓਸ਼ਨ ਦੇ ਕਿੱਥੇ ਪਾਏ ਜਾਂਦੇ ਨੇ। ਸੋ ਸਭ ਤੋਂ ਜ਼ਿਆਦਾ ਡੀਪੈਸਟ ਟ੍ਰੈਂਚਿਸ ਹੈ ਜਿਹੜਾ ਓਸ਼ਨ ਹੈ ਉਹ ਹੈ ਪੈਸੀਫਿਕ ਓਸ਼ਨ ਵਿੱਚ, ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਸੋ ਓਸ਼ਨ ਟ੍ਰੈਂਚਿਸ ਬੇਸਿਕਲੀ ਜੇ ਉਹ ਹੁੰਦੇ ਨੇ ਜਿਹੜੇ ਓਸ਼ਨ ਫਲੋਰ ਦੇ ਉੱਤੇ, ਜਿਹੜਾ ਨੀਚੇ ਵਾਲਾ ਲੈਵਲ ਹੈ ਉਹਦੇ ਤੱਕ ਜਿਹੜੇ ਲੰਬੇ ਨੈਰੋ ਟੋਪੋਗ੍ਰਾਫਿਕ ਡਿਪਰੈਸ਼ਨ ਬਣੇ ਹੁੰਦੇ ਨੇ ਉਹਨਾਂ ਨੂੰ ਆਪਾਂ ਟ੍ਰੈਂਚਿਸ ਕਹਿੰਦੇ ਆ, ਤੇ ਜਿਹੜੇ ਓਸ਼ਨ ਵਿੱਚ ਸਭ ਤੋਂ ਜ਼ਿਆਦਾ ਡੂੰਘੇ ਡੀਪ ਟ੍ਰੈਂਚ ਪਾਏ ਜਾਂਦੇ ਨੇ ਓਸ਼ਨ ਫਲੋਰ ਦੇ ਵਿੱਚ, ਉਹ ਹੈ ਪੈਸੀਫਿਕ ਓਸ਼ਨ। ਨੈਕਸਟ ਇਜ਼ ਵਿਚ ਆਫ ਦ ਫੋਲੋਇੰਗ ਸੀ ਹੈਜ਼ ਦ ਹਾਈਐਸਟ ਸਲਾਈਨਿਟੀ, ਸਭ ਤੋਂ ਜ਼ਿਆਦਾ ਜਿਹੜੀ ਸਲਾਈਨਿਟੀ ਹੈ, ਸਲਾਈਨ ਹੁੰਦਾ ਹੈ ਨਮਕ ਦੇ ਨਾਲ ਰਿਲੇਟਡ, ਕਿਹੜੇ ਸੀ ਦੇ ਵਿੱਚ ਹੈ। ਸੋ ਸਲਾਈਨਿਟੀ ਹੈ ਡੈਡ ਸੀ ਦੀ ਸਭ ਤੋਂ ਜ਼ਿਆਦਾ, ਆਪਸ਼ਨ ਡੀ। ਵੈਰੀ ਕਾਮਨ ਐਂਡ ਇੰਪੋਰਟੈਂਟ ਕੁਐਸਚਨ, ਇਹ ਸਟੈਟਿਕ ਜੀਕੇ ਦਾ ਵੀ ਪਾਰਟ ਹੈ। ਨੈਕਸਟ ਇਜ਼ ਸਰਗਾਸੋ ਸੀ ਕਿਹੜੇ ਓਸ਼ਨ ਦਾ ਪਾਰਟ ਹੈ। ਸਰਗਾਸੋ ਸੀ ਨਾਰਥ ਐਟਲਾਂਟਿਕ ਓਸ਼ਨ ਦਾ ਪਾਰਟ ਹੈ, ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਜਿਹੜੀਆਂ ਲਾਈਨਾਂ ਸੇਮ ਅਮਾਉਂਟ ਦੀ ਸਲਾਈਨਿਟੀ ਨੂੰ ਜੁਆਇਨ ਕਰਦੀਆਂ ਨੇ ਕਿਸੇ ਵੀ ਮੈਪ ਦੇ ਉੱਤੇ, ਜਿਹੜੇ ਏਰੀਆਜ਼ ਦੀ ਆਪਸ ਦੇ ਵਿੱਚ ਜਿਹੜੀ ਸਲਾਈਨ ਅਮਾਉਂਟ ਹੈ ਉਹ ਸੇਮ ਹੈ, ਜਿਹੜੀਆਂ ਲਾਈਨਾਂ ਉਸ ਚੀਜ਼ ਨੂੰ ਜੁਆਇਨ ਕਰਦੀਆਂ ਨੇ ਉਹਨਾਂ ਨੂੰ ਕਿਹਾ ਜਾਂਦਾ ਹੈ ਆਈਸੋਹੈਲਾਈਨ, ਆਪਸ਼ਨ ਸੀ ਵੈਰੀ ਵੈਰੀ ਇੰਪੋਰਟੈਂਟ। ਨੈਕਸਟ ਕੁਐਸਚਨ ਇਜ਼ ਕਿਹੜੇ ਅਜਿਹੇ ਦੋ ਗਲਫ ਨੇ ਜਿਹੜੇ ਹਾਰਮਸ ਸਟ੍ਰੇਟ ਦੇ ਨਾਲ ਕਨੈਕਟ ਹੁੰਦੇ ਨੇ, which are connected by Hormuz Strait, very very important and most repetitive question। ਸੋ ਇਹ ਨੇ ਪਰਸ਼ੀਅਨ ਗਲਫ ਤੇ ਗਲਫ ਆਫ ਓਮਾਨ, ਇਹਨਾਂ ਨੂੰ ਆਪਸ ਦੇ ਵਿੱਚ ਕਨੈਕਟ ਕਰਦੀ ਹੈ ਹਾਰਮਸ ਸਟ੍ਰੇਟ, ਵੈਰੀ ਇੰਪੋਰਟੈਂਟ। ਯੂਰਪ ਦੀ ਸਭ ਤੋਂ ਲੰਬੀ ਰਿਵਰ ਕਿਹੜੀ ਹੈ, ਲੌਂਗੈਸਟ ਰਿਵਰ ਆਫ ਯੂਰਪ ਇਜ਼ ਵੋਲਗਾ, ਆਪਸ਼ਨ ਬੀ। ਕਿਹੜਾ ਇਹ ਜਿਹਾ ਸੀ ਹੈ ਜਿੱਥੇ ਰਿਵਰ ਡੌਨ ਫਲੋ ਕਰਦੀ ਹੈ, ਸੋ ਉਹ ਹੈ ਸੀ ਆਫ ਅਜ਼ੋਵ, ਆਪਸ਼ਨ ਸੀ। ਨੈਕਸਟ ਇਜ਼ ਗਾਜ਼ਾ ਸਟ੍ਰਿਪ ਲਾਈਜ਼ ਅਲੋਂਗ ਦ ਕੋਸਟ। ਸੋ ਤੁਸੀਂ ਇੱਕ ਚੀਜ਼ ਧਿਆਨ ਚ ਰੱਖਣੀ ਹੈ ਕਿ ਜਦੋਂ ਵੀ ਇੰਟਰਨੈਸ਼ਨਲ ਕਰੰਟ ਅਫੇਅਰ ਆਉਂਦੇ ਨੇ, ਆਪਾਂ ਨੂੰ ਪਤਾ ਹੈ ਗਾਜ਼ਾ ਸਟ੍ਰਿਪ ਹੋ ਗਿਆ, ਇਜ਼ਰਾਈਲ, ਪੈਲਸਟੀਨ, ਇਹ ਬਾਰ-ਬਾਰ ਇਸ਼ੂਜ਼ ਚੱਲਦੇ ਰਹਿੰਦੇ ਨੇ। ਸੋ ਤੁਸੀਂ ਉੱਥੇ ਕਰੰਟ ਅਫੇਅਰ ਦੇ ਵਿੱਚੋਂ ਜੋ ਵੀ ਸਟੈਟਿਕ ਕੁਐਸਚਨ ਬਣਦੇ ਨੇ ਉਹ ਵੀ ਜ਼ਰੂਰ ਐਗਜ਼ਾਮ ਦੇ ਲਈ ਤਿਆਰ ਕਰਨੇ ਨੇ, ਕਿਉਂਕਿ ਉੱਥੇ ਤੁਸੀਂ ਇਹ ਨਹੀਂ ਕਹਿ ਸਕਦੇ ਜੇ ਤੁਹਾਨੂੰ ਕੁਐਸਚਨ ਵਿੱਚ ਗਾਜ਼ਾ ਸਟ੍ਰਿਪ ਬਾਰੇ ਪੁੱਛਿਆ ਗਿਆ ਕਿ ਉਹ ਕਿਹੜੇ ਕੋਸਟ ਕਿਹੜੇ ਸੀ ਦੇ ਲੌਂਗ ਲਾਈ ਕਰਦੀ ਹੈ, ਸੋ ਉੱਥੇ ਤੁਸੀਂ ਇਹ ਨਹੀਂ ਸੋਚਣਾ ਕਿ ਇਹ ਤਾਂ ਵਰਲਡ ਜੀਓਗ੍ਰਾਫੀ ਦਾ ਕੁਐਸਚਨ ਆ ਗਿਆ, ਇਹ ਸਾਡੇ ਸਿਲੇਬਸ ਵਿੱਚ ਨਹੀਂ ਹੈ। ਬਹੁਤ ਵਾਰੀ ਕਰੰਟ ਅਫੇਅਰ ਦੇ ਵਿੱਚੋਂ ਇਸੇ ਤਰੀਕੇ ਦੇ ਨਾਲ ਸਟੈਟਿਕ ਕੁਐਸਚਨ ਵੀ ਜ਼ਰੂਰ ਤੁਸੀਂ ਤਿਆਰ ਕਰਨੇ ਨੇ, ਇਹ ਵੀ ਆ ਜਾਂਦੇ ਨੇ ਐਗਜ਼ਾਮ ਵਿੱਚ। ਸੋ ਗਾਜ਼ਾ ਸਟ੍ਰਿਪ ਲਾਈਜ਼ ਅਲੋਂਗ ਦ ਕੋਸਟ ਆਫ, ਰਾਈਟ ਆਨਸਰ ਇਜ਼ ਆਪਸ਼ਨ ਬੀ, ਮੈਡੀਟੇਰੇਨੀਅਨ ਸੀ। ਕੀਲ ਕੈਨਾਲ ਕਨੈਕਟਸ, ਕੀਲ ਕੈਨਾਲ ਕਨੈਕਟ ਕਰਦੀ ਹੈ ਬੈਲਟਿਕ ਸੀ ਤੇ ਨਾਰਥ ਸੀ ਨੂੰ, ਵੈਰੀ ਇੰਪੋਰਟੈਂਟ, ਰਾਈਟ ਆਨਸਰ ਇਜ਼ ਆਪਸ਼ਨ ਡੀ। ਵਾਟਰਫਾਲ ਵਿਕਟੋਰੀਆ ਕਿਹੜੀ ਰਿਵਰ ਦੇ ਨਾਲ ਐਸੋਸੀਏਟਡ ਹੈ, ਸੋ ਵਿਕਟੋਰੀਆ ਵਾਟਰਫਾਲ is associated with river Zambezi, option D। The Great Barrier Reef is located on the coast of, ਸੋ ਇਹਦੇ ਨਾਲ ਆਪਾਂ ਨੇ ਜਿਹੜਾ ਹੋਰ ਦੂਜੇ ਟਾਈਪ ਦੇ ਨਾਲ ਕੁਐਸਚਨ ਬਣਦਾ ਸਿੰਪਲ ਕੋਰਲ ਰੀਫ ਬਾਰੇ ਪੁੱਛਿਆ ਗਿਆ ਸੀ, ਉਹ ਆਪਾਂ ਨੇ ਪਹਿਲਾਂ ਸਟਾਰਟਿੰਗ ਵਿੱਚ ਕੀਤਾ। ਉਰੇ ਆਪਣੇ ਕੋਲ ਡਾਇਰੈਕਟਲੀ ਪੁੱਛਿਆ ਜਾ ਰਿਹਾ ਵੀ ਜਿਹੜਾ ਗ੍ਰੇਟ ਬੈਰੀਅਰ ਰੀਫ ਹੈ ਇਹ ਕਿੱਥੋਂ ਦੀ ਕੋਸਟ ਵਿੱਚ ਲੋਕੇਟਡ ਹੈ, ਸੋ ਇਹ ਹੈ ਆਸਟ੍ਰੇਲੀਆ ਦੀ ਈਸਟ ਕੋਸਟ ਵਿੱਚ ਲੋਕੇਟਡ, ਸੋ ਰਾਈਟ ਆਨਸਰ ਇਜ਼ ਆਪਸ਼ਨ ਸੀ, ਈਸਟ ਆਸਟ੍ਰੇਲੀਆ। What is the name of strait where Adam Bridge is located? Adam Bridge located ਹੈ ਪਾਲਕ ਸਟ੍ਰੇਟ ਵਿੱਚ, very very important। ਸਟ੍ਰੇਟ ਜਿਹੜੀ ਏਸ਼ੀਆ ਨੂੰ ਨਾਰਥ ਅਮਰੀਕਾ ਤੋਂ ਅਲੱਗ ਕਰਦੀ ਹੈ, ਸੈਪਰੇਟ ਕਰਦੀ ਹੈ, ਉਹਦਾ ਨਾਮ ਹੈ ਬੈਰਿੰਗ ਸਟ੍ਰੇਟ, ਆਪਸ਼ਨ ਏ। ਲੇਕ ਸੁਪੀਰੀਅਰ ਨਾਲ ਰਿਲੇਟਡ ਕਿਹੜੀ ਸਟੇਟਮੈਂਟ ਸਹੀ ਹੈ, ਸੋ ਇਟ ਇਜ਼ ਆਪਸ਼ਨ ਬੀ, ਇਟ ਇਜ਼ ਦ ਲਾਰਜੈਸਟ ਫਰੈਸ਼ ਵਾਟਰ ਲੇਕ ਆਫ ਦ ਵਰਲਡ। Next is the Lake Baikal is situated in the region of, Lake Baikal है eastern Russia to north of Mongolia ਵਿੱਚ।
Which of the following pair is not correctly matched? ਇਹਨਾਂ ਦੇ ਵਿੱਚੋਂ ਜਿਹੜਾ pair ਸਹੀ ਤਰੀਕੇ ਨਾਲ match ਨਹੀਂ ਹੋ ਰਿਹਾ ਉਹ ਹੈ option B, Dover Strait, Arctic Sea and North Atlantic Ocean, ਤੇ ਇਹਦਾ right answer ਹੋਊਗਾ ਸੋਰੀ Arctic Sea ਦੀ ਜਗ੍ਹਾ ਤੇ ਆਊਗਾ North Sea. Next is largest delta of the world. So largest delta is Sundarban Delta. ਇਹ ਵੀ ਬਹੁਤ ਵਾਰ exam ਵਿੱਚ repeat ਹੋਇਆ question, so very important. Which of the following sea gulf are connected by Suez Canal? Very important. You must remember this question. So Suez Canal ਦੇ ਨਾਲ ਜਿਹੜੇ sea gulf connect ਹੁੰਦੇ ਨੇ that are Mediterranean and Red Sea. Next is which of the following is the tide produced as consequence of moon and sun pulling the earth in same direction? So same direction ਦੇ ਵਿੱਚ ਜਦੋਂ moon ਤੇ sun earth ਨੂੰ pull ਕਰਦੇ ਨੇ ਖਿੱਚਦੇ ਨੇ ਉਹਦੇ ਨਾਲ ਜਿਹੜਾ ਟਾਈਡ ਤਿਆਰ ਹੁੰਦਾ ਹੈ ਉਹ ਹੈ ਸਪ੍ਰਿੰਗ ਟਾਈਡ ਆਪਸ਼ਨ A. ਕਿਹੜੀ ਵਾਟਰ ਬੋਡੀ ਹੈ ਜਿਹੜੀ ਆਸਟ੍ਰੇਲੀਆ ਨੂੰ ਨਿਊਜ਼ੀਲੈਂਡ ਤੋਂ ਅਲੱਗ ਕਰਦੀ ਹੈ? ਸੋ ਦੈਟ ਇਜ਼ ਤਸਮਾਨੀਆ ਸੀ ਆਪਸ਼ਨ C. Next is which of the following is a warm ocean current? So warm ocean current is Kuroshio current option B. ਬਾਕੀ ਸਾਰੇ ਹੈਗੇ ਨੇ cold ocean current. Movement of tide are mostly determined. ਜਿਹੜੇ tides ਨੇ ਉਹਨਾਂ ਦੀ movement ਕਿਹੜੀ ਚੀਜ਼ ਹੈ ਜਿਹੜੀ determine ਕਰਦੀ ਹੈ ਜਿਹਦੇ ਤੇ depend ਕਰਦੇ ਹੈ? ਸੋ ਉਹ ਹੈ earth ਦੀ rotation option C. Term swash ਦਾ ਕੀ ਮਤਲਬ ਹੈ? swash ਦਾ ਮਤਲਬ ਹੈ sea water ਦੀ beach ਤੇ ਜਦੋਂ ਆਪਾਂ ਉੱਪਰ ਗੱਲ ਕਰਦੇ ਹਾਂ ਉਹਦੀ forward ਅੱਗੇ ਨੂੰ movement. ਜਦੋਂ ਵੀ ਕੋਈ wave ਹੈ ਜਿਹੜੀ ਉਹ ਟੁੱਟਦੀ ਹੈ ਉਸ ਤੋਂ ਬਾਅਦ ਜਿਹੜੀ sea water ਦੀ beach ਉੱਤੇ ਅੱਗੇ ਨੂੰ movement ਜਾਂਦੀ ਹੈ forward movement ਉਹਨੂੰ ਕਿਹਾ ਜਾਂਦਾ ਹੈ swash option C. Next is which of the following ocean current is not associated with Pacific Ocean? So Pacific Ocean ਨਾਲ ਜਿਹੜੀ ਨਹੀਂ ਹੈ related that is Canaries option A. ਬਾਕੀ Kuroshio, California, Humboldt ਇਹ ਸਾਰੀਆਂ Pacific Ocean ਦੇ ਨਾਲ related ਹੈ. Blue Nile River originates from very important Blue Nile River originate ਕਰਦੀ ਹੈ start ਹੁੰਦੀ ਹੈ Lake Tana ਤੋਂ option B. Next कुछ C ਦੱਸੇ ਹੋਏ ਨੇ ਆਪਾਂ ਨੇ west to east ਇਹਨਾਂ ਦੀ direction ਦੇ according correct sequence ਵਿੱਚ ਲਗਾਉਣਾ. ਸੋ ਜੇ west to east ਗੱਲ ਕਰੀਏ ਸਭ ਤੋਂ ਪਹਿਲਾਂ ਆਉਂਦਾ Mediterranean, then Black, Caspian and Aral. So this is again very important question. Thunderstorm are associated with thunderstorm associated ਹੁੰਦੇ ਨੇ cumulonimbus clouds ਦੇ ਨਾਲ. ਇਹ ਜਿਹੜਾ ਮੈਂ NCERT ਦਾ ਇੱਕ ਲੈਕਚਰ ਅਪਲੋਡ ਕੀਤਾ ਹੋਇਆ ਆਲਰੇਡੀ YouTube ਉੱਤੇ ਉਹਦੇ ਵਿੱਚ ਵੀ ਸਪੈਸ਼ਲੀ ਮੈਂ ਤੁਹਾਨੂੰ ਕਰਵਾਇਆ ਸੀ ਕਿ ਕਿਹੜੇ ਕਲਾਉਡਸ ਹੁੰਦੇ ਨੇ. ਸੋ ਆਪਾਂ ਨੇ ਉੱਥੇ ਵੀ ਦੇਖਿਆ ਸੀ ਜਿਹੜੇ cumulonimbus clouds ਨੇ ਇਹ ਬਹੁਤ ਹੀ ਜ਼ਿਆਦਾ thunderstorm ਕ੍ਰੀਏਟ ਕਰਦੇ ਨੇ. A hot local wind blowing in Sahara Desert. Sahara Desert ਦੇ ਵਿੱਚ ਜਿਹੜੀ ਗਰਮ local wind blow ਕਰਦੀ ਆ ਉਹਨੂੰ ਕਿਹਾ ਜਾਂਦਾ ਹੈ Harmattan option D. Atmospheric layer ਜਿਹੜੀ ਰੇਡੀਓ ਵੇਵਸ ਨੂੰ ਰਿਫਲੈਕਟ ਕਰਦੀ ਹੈ ਇਹ ਵੀ ਆਪਾਂ ਨੇ ਜੀਓਗ੍ਰਾਫੀ NCERT ਵਾਲੇ ਲੈਕਚਰ ਦੇ ਅੰਦਰ ਕੀਤਾ ਸੀ. ਸੋ ਇਹ ਹੈ ਆਇਨੋਸਫੀਅਰ ਆਪਸ਼ਨ B. ਕਿਹੜੀ ਹੈ ਜੀ ਲੇਅਰ ਐਟਮੋਸਫੀਅਰ ਦੀ ਜਿਹਦੇ ਵਿੱਚ ਡਸਟ ਪਾਰਟੀਕਲ ਤੇ ਵਾਟਰ ਵੇਪਰ ਹੁੰਦੇ ਨੇ? ਸੋ ਉਹ ਹੈ ਟ੍ਰੋਪੋਸਫੀਅਰ ਤੇ ਇਹਨੂੰ ਹਿਊਮਨ ਬੀਇੰਗਸ ਦੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਲੇਅਰ ਮੰਨਿਆ ਜਾਂਦਾ ਹੈ. ਨੈਕਸਟ ਇਜ਼ ਕਿਹੜੀ ਹੈ ਜੀ ਚੀਜ਼ ਹੈ ਜਿਹੜੀ ਇਨਸੋਲੇਸ਼ਨ ਜਿਹੜੀ ਇਨਕਮਿੰਗ ਸੋਲਰ ਰੇਡੀਏਸ਼ਨ ਹੈ ਉਹਦੇ ਉੱਤੇ ਅਸਰ ਨਹੀਂ ਪਾਉਂਦੀ do not affect the distribution of insolation. ਸੋ ਉਹ ਹੈ ocean current option D. ਬਾਕੀ altitude, sun rays ਦਾ ਕੀ ਐਂਗਲ ਹੈ, ਦਿਨ ਦੀ ਕੀ ਲੈਂਥ ਹੈ, ਲੰਬਾਈ ਕਿੰਨੀ ਹੈ, ਇਹ ਸਾਰੀਆਂ ਚੀਜ਼ਾਂ ਅਫੈਕਟ ਕਰਦੀਆਂ ਨੇ distribution of insolation ਨੂੰ. Tropopause ਕਿਹੜੀਆਂ ਦੋ ਲੇਅਰਸ ਨੂੰ ਐਟਮੋਸਫੀਅਰ ਦੀਆਂ ਨੂੰ ਆਪਸ ਦੇ ਵਿੱਚ ਸੈਪਰੇਟ ਕਰਦੀ ਹੈ? ਸੋ ਟ੍ਰੋਪੋਪੌਜ਼ ਉੱਥੇ ਹੈ ਜਿੱਥੇ ਸਟ੍ਰੈਟੋਸਫੀਅਰ ਤੇ ਟ੍ਰੋਪੋਸਫੀਅਰ ਆਪਸ ਦੇ ਵਿੱਚ ਸੈਪਰੇਟ ਹੁੰਦੀਆਂ ਨੇ option B. In which form is atmospheric humidity expressed? ਆਪਾਂ ਜਿਹੜੀ ਨਮੀ ਹੈ ਐਟਮੋਸਫੀਅਰ ਦੇ ਵਿੱਚ ਉਹਨੂੰ ਐਕਸਪ੍ਰੈਸ ਕਰ ਸਕਦੇ ਹਾਂ absolute humidity ਨਾਲ specific relative. ਸੋ ਇਹ ਤਿੰਨੋਂ ਚੀਜ਼ਾਂ ਨਾਲ ਐਕਸਪ੍ਰੈਸ ਕੀਤਾ ਜਾ ਸਕਦਾ ਹੈ. ਰਾਈਟ ਆਨਸਰ ਹੈ option D all of these. ਜਿਹੜਾ ਵਾਟਰ ਵੇਪਰ ਦਾ ਲਿਕੁਇਡ ਸਟੇਟ ਵਿੱਚ ਪਾਣੀ ਵਿੱਚ ਬਦਲਣ ਦਾ ਇੱਕ ਪ੍ਰੋਸੈਸ ਹੈ ਉਹਨੂੰ ਕੀ ਕਿਹਾ ਜਾਂਦਾ ਹੈ? ਸੋ ਇਟ ਇਜ਼ ਕਾਲਡ ਕੰਡੈਂਸੇਸ਼ਨ ਤੇ ਇਹਦੇ ਨਾਲ ਹੀ ਕਲਾਉਡਸ ਤੇ ਰੇਨ ਫਾਰਮੇਸ਼ਨ ਹੁੰਦੀ ਹੈ. ਨੈਕਸਟ ਇਜ਼ ਜੈਟ ਸਟ੍ਰੀਮ ਇਜ਼ ਵੈਸਟਰਲੀ ਇਨ ਅਪਰ ਪਾਰਟ ਆਫ ਟ੍ਰੋਪੋਸਫੀਅਰ. ਸੋ ਇਹ ਬਹੁਤ ਹੀ ਜ਼ਿਆਦਾ ਫਾਸਟ ਬਲੋਇੰਗ ਹੈ option A. ਸੋ ਨੈਕਸਟ PPSC ਦਾ ਇੱਕ ਫੇਵਰਿਟ ਕੁਐਸਚਨ ਹੈ ਟ੍ਰੋਪੀਕਲ ਸਾਈਕਲੋਨ ਇਨ ਆਸਟ੍ਰੇਲੀਆ. ਕਿਸੇ ਵੀ ਫਾਰਮ ਵਿੱਚ ਤੁਹਾਨੂੰ ਐਗਜ਼ਾਮ 'ਚ ਦੇਖਣ ਨੂੰ ਮਿਲ ਸਕਦਾ ਹੈ. ਸੋ ਟ੍ਰੋਪੀਕਲ ਸਾਈਕਲੋਨ ਜਿਹੜੇ ਆਸਟ੍ਰੇਲੀਆ ਵਿੱਚ ਹੁੰਦੇ ਨੇ ਉਹਨਾਂ ਨੂੰ ਕਿਹਾ ਜਾਂਦਾ ਹੈ ਵਿਲੀ ਵਿਲੀ. very important. A large body of air having fairly uniform temperature and humidity. ਸੋ
ਹਵਾ ਦੀ ਕਲਾਉਡ ਬੋਡੀ ਜਿਹਦਾ ਯੂਨੀਫਾਰਮ ਇੱਕੋ ਤਰ੍ਹਾਂ ਦਾ ਟੈਂਪਰੇਚਰ ਤੇ ਨਮੀ ਰਹਿੰਦੀ ਹੈ ਉਹਨੂੰ ਆਪਾਂ ਕਹਿੰਦੇ ਆ 에ਅਰ ਮਾਸ, ਆਪਸ਼ਨ ਸੀ। ਕਲਾਈਮੇਟ ਦਾ ਸਭ ਤੋਂ ਇੰਪੋਰਟੈਂਟ ਐਲੀਮੈਂਟ ਕਿਹੜਾ ਹੈ? ਸੋ ਕਲਾਈਮੇਟ ਵਾਤਾਵਰਣ ਦਾ ਸਭ ਤੋਂ ਇੰਪੋਰਟੈਂਟ ਐਲੀਮੈਂਟ ਹੈ ਟੈਂਪਰੇਚਰ। ਟੈਂਪਰੇਚਰ ਹੀ ਹੈ ਜਿਹੜਾ ਮੇਨ ਕਲਾਈਮੇਟ ਨੂੰ ਡਿਫਾਈਨ ਕਰਦਾ। ਜਦੋਂ ਅਲੱਗ-ਅਲੱਗ ਤਰ੍ਹਾਂ ਦੇ ਵਿੰਟਰਸ ਆਉਂਦੀਆਂ ਨੇ, ਦੈਨ ਸਮਰ ਸੀਜ਼ਨ ਆਉਂਦਾ, ਜਾਂ ਆਪਣਾ ਕਲਾਈਮੇਟ ਠੰਡਾ ਹੈ, ਗਰਮ ਹੈ, ਇਹ ਸਾਰੀਆਂ ਚੀਜ਼ਾਂ ਨੂੰ ਇੱਕ ਮੇਨ ਐਲੀਮੈਂਟ ਹੈ ਜਿਹੜਾ ਮੇਨ ਅਫੈਕਟ ਕਰਦਾ ਉਹ ਹੈ ਟੈਂਪਰੇਚਰ, ਆਪਸ਼ਨ। ਨੈਕਸਟ ਇਜ਼ ਦ ਸਕਾਈ ਲੁਕਸ ਬਲੂ। ਜਿਹੜਾ ਆਸਮਾਨ ਹੈ ਉਹ ਨੀਲਾ ਇਸ ਲਈ ਦਿਖਦਾ ਹੈ ਕਿਉਂਕਿ ਜਿਹੜੀ ਸੂਰਜ ਦੀ ਰੋਸ਼ਨੀ ਹੈ ਉਹ ਇੱਕ ਫਿਨੋਮੀਨਨ ਦਾ ਸਾਹਮਣਾ ਕਰਦੀ ਹੈ ਜਿਹਦਾ ਨਾਮ ਹੈ ਸਕੈਟਰਿੰਗ। ਸੋ ਆਪਸ਼ਨ ਬੀ ਇਜ਼ ਦ ਰਾਈਟ ਆਂਸਰ, ਸਿਲੈਕਟਿਵ ਸਕੇਟਰਿੰਗ ਆਫ ਰੇਡੀਏਸ਼ਨ ਬਾਈ ਐਟਮੋਸਫੇਅਰ। ਜਿਹੜਾ ਸਾਈਕਲੋਨ ਹੈ ਕਿਸ ਤਰ੍ਹਾਂ ਦਾ ਏਰੀਆ? ਸਾਈਕਲੋਨ ਕਿੱਥੇ ਆਉਂਦਾ? ਸੋ ਸਾਈਕਲੋਨ ਉਸ ਏਰੀਆ ਤੇ ਆਉਂਦਾ ਜਿੱਥੇ ਲੋ ਪ੍ਰੈਸ਼ਰ ਹੁੰਦਾ ਤੇ ਉਹਦੇ ਆਲੇ ਦੁਆਲੇ ਉਹ ਸਰਾਊਂਡ ਹੁੰਦਾ ਹਾਈ ਪ੍ਰੈਸ਼ਰ ਦੇ ਨਾਲ। ਸੋ ਆਪਸ਼ਨ ਏ ਇਜ਼ ਦ ਰਾਈਟ ਆਂਸਰ। ਸਾਈਕਲੋਨ ਜਿਹੜਾ ਨਾਰਥ ਹੈਮੀਸਫੇਅਰ ਦੇ ਵਿੱਚ ਹੁੰਦਾ ਹੈ ਉੱਥੇ ਵਿੰਡਸ, ਹਵਾਵਾਂ ਕਿਸ ਤਰ੍ਹਾਂ ਦੇ ਨਾਲ ਬਲੋ ਕਰਦੀਆਂ ਨੇ? ਸੋ ਨਾਰਥ ਹੈਮੀਸਫੇਅਰ ਦੇ ਵਿੱਚ ਜਦੋਂ ਸਾਈਕਲੋਨ ਆਉਂਦਾ ਤਾਂ ਉੱਥੇ ਵਿੰਡਸ ਐਂਟੀ ਕਲੌਕਵਾਈਜ਼ ਬਲੋ ਕਰਦੀਆਂ ਨੇ। ਇਹ NCERT ਬੇਸਡ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ। ਤੇ ਅੱਜ ਦਾ ਆਪਣਾ ਇਸ ਪਾਰਟ 5 ਦਾ ਲਾਸਟ ਕੁਐਸਚਨ, ਜਦੋਂ ਟੈਂਪਰੇਚਰ ਹਵਾ ਦਾ ਰਾਈਜ਼ ਕਰਦਾ, ਵੱਧਦਾ, ਤਾਂ ਰਿਲੇਟਿਵ ਹਿਊਮਿਡਿਟੀ ਕੀ ਹੁੰਦੀ ਹੈ? ਜਿਹੜੀ ਰਿਲੇਟਿਵ ਹਿਊਮਿਡਿਟੀ ਹੈ ਉਹ 에ਅਰ ਟੈਂਪਰੇਚਰ ਇਨਕਰੀਜ਼ ਹੋਣ ਦੇ ਨਾਲ ਘਟ ਜਾਂਦੀ ਹੈ, ਡਿਕਰੀਜ਼ ਹੁੰਦੀ ਹੈ। ਸੋ ਆਪਸ਼ਨ ਬੀ ਇਜ਼ ਦ ਰਾਈਟ ਆਂਸਰ। ਦਿਸ ਵਾਸ ਆਲ ਅਬਾਊਟ ਟੂਡੇਜ਼ ਲੈਕਚਰ। ਥੈਂਕ ਯੂ ਐਂਡ ਗੁੱਡ ਲੱਕ।